ਵਾਹਿਗੁਰੂ ਜੀ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਰਾ। हाड मास नाड़ी को पिंजर, पंखी वसै विचारा। प्राणी क्या मेरा क्या तेरा, जैसे तरबर पंख वसेरा। रहाऊ राखहु कंद उसारहु नीवा, साढ़े तीन हाथ तेरी सीवा। बंके बाल पाग सिर डेरी, एतन हुई गु भस्म की ढेरी। ऊंचे मंदिर सुंदर नारी, राम नाम बिन बाजी हारी। मेरी जात कमीनी पात कमीनी, ओछा जन्म हमारा। तुम शरणागत राजा रामचंद, कह रविदास च मारा। ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਵਾਲੀਏ, ਕੁਲ ਆਲਮ ਦੋ ਜਹਾਨਾਂ ਦੇ ਬਾਲੀ, ਅੰਮ੍ਰਿਤ ਕੇ ਮਾਜਸਮੇ ਸੱਚ ਦੇ ਉਪਦੇਸ਼ਕ, ਸਰਬ ਸਾਂਝੀਵਾਲਤਾ ਦਾ ਸਿਧਾਂਤ ਦੇਣ ਵਾਲੇ ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ, ਦੀਨਾ ਬੰਧੂ, ਦਇਆ ਦੇ ਘਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਮਹਾਰਾਜ ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋਂ ਬੜਭਾਗੇ ਹੋ। ਗੁਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਕਰਕੇ ਆਪ ਸਰਬੱਤ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਾਹਿਬ ਦੀ ਉਸਤਤ ਵਡਿਆਈ ਕੀਰਤਨ ਦੇ ਰਾਹੀਂ ਕਰ ਰਹੇ ਸੀ। ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪੇ ਕਰ ਰਹੀ ਹੋ। ਗੁਰੂ ਦਾਤਾ ਰਹਿਮਤ ਕਰੇ, ਗਾਏ ਸੁਣੇ ਬੋਲ ਹਿਰਦਿਆਂ ਵਿੱਚ ਬਸ ਜਾਣ। ਸਾਹਿਬ ਸਭਨਾਂ ਨੂੰ ਦਰ ਕਰਦੀ ਪ੍ਰੀਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਨਿਵਾਜ ਦੇਵੇ। ਸਾਹਿਬ ਅੱਗੇ ਅਰਦਾਸ ਹੈ, ਆਓ ਜਿੱਥੇ ਗੁਰੂ ਕੀ ਕੀਰਤੀ ਕੀਰਤਨ ਦੇ ਰਾਹੀਂ ਵਡਿਆਈ ਦੇ ਵਿੱਚ ਜੁੜੇ ਸੀ, ਆਓ ਸਮਾਂ ਹੋਇਆ ਹੈ ਪਾਵਨ ਅਸਥਾਨ ਦੇ ਉੱਪਰ ਚੱਲ ਰਹੀ ਲੜੀਵਾਰ ਭਗਤ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਜੋ ਗੁਰਬਾਣੀ ਹੈ, ਉਹਨਾਂ ਦੇ ਸ਼ਬਦਾਂ ਦੀ ਨੇਮ ਅਨੁਸਾਰ ਵਿਚਾਰ ਕਰਦੇ ਆ ਰਹੇ ਹਾਂ। ਕੱਲ੍ਹ ਰੋਜ਼ ਤੱਕ ਰਾਗ ਸੂਰਠ ਦੇ ਵਿੱਚ ਉਹਨਾਂ ਦਾ ਜੋ 5 ਨੰਬਰ ਸ਼ਬਦ ਸੀ, ਜਾਓ ਤੁਮ ਗਿਰਵਰ ਤੋ ਹਮ ਮੋਰਾ, ਜਾਓ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸੋ ਤੋਰ ਕਵਨ ਸਿਓ ਜੂਰੈ। ਇਹ ਮੁਬਾਰਕ ਵਿਚਾਰ ਸ਼ਬਦ ਦੀ ਕਰ ਰਹੇ ਸੀ। ਆਓ ਇਸ ਤੋਂ ਅਗਲੇਰਾ ਸ਼ਬਦ ਜੋ ਹੈ ਰਾਗ ਸੂਰਠ ਵਿੱਚ ਭਗਤ ਜੀ ਦਾ 6 ਨੰਬਰ ਸ਼ਬਦ, ਭਗਤ ਰਵਿਦਾਸ ਜੀ ਦਾ 6ਵਾਂ ਸ਼ਬਦ ਹੈ, ਜਿਸ ਦਾ ਮੂਲ ਪਾਠ ਹੁਣੇ ਆਪ ਜੀ ਸਰਵਨ ਕਰ ਰਹੇ ਸੀ। ਆਓ ਇਹਨਾਂ ਰੱਬੀ ਬਚਨਾਂ ਨੂੰ ਵਿਚਾਰੀਏ। ਪਾਵਨ ਗੁਰ ਸ਼ਬਦ ਵਿਚਾਰਨ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੀ ਨੇ ਅੱਜ ਦੇ ਜੋ ਸ਼ਬਦ ਵਿੱਚ ਰਹਾਉ ਵਾਲੇ ਪਦੇ ਵਿੱਚ ਜ਼ਿਕਰ ਕੀਤਾ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਹੁਣ ਇੱਕ ਜ਼ਿਕਰ ਕੀਤਾ ਵੀ ਕਿਆ ਮੇਰਾ ਕਿਆ ਤੇਰਾ। ਮੇਰ ਤੇਰ ਦੇ ਵਿਤਕਰੇ ਨਾ ਸੰਸਾਰ ਭਰ ਦੇ ਵਿੱਚ ਨੇ।
ਕਿਸੇ ਮਜ਼ਹਬ ਦਾ ਕੋਈ ਵੀ ਜੋ ਹੈ ਕਿਸੇ ਮਜ਼ਹਬ ਨੂੰ ਮੰਨਣ ਵਾਲਾ, ਕਿਸੇ ਧਰਮ ਦਾ ਅਨੁਯਾਈ ਕਹਿ ਲਈਏ, ਜਦੋਂ ਜ਼ਿਕਰ ਕਰਦੇ ਆ ਤਾਂ ਇਸ ਮੇਰ ਤੇਰ ਦੇ ਵਿਤਕਰੇ ਕਈ ਜਗ੍ਹਾ ਦੇ ਉੱਪਰ ਧਰਮ ਕਰਕੇ ਵੀ ਹਨ, ਮਜ਼ਹਬ ਕਰਕੇ ਵੀ ਹਨ। ਕੋਈ ਵਰਨ ਵੰਡ ਦੀ ਜੇ ਗੱਲ ਕਰੀਏ ਉਹਦੇ ਅਨੁਸਾਰ ਵੀ ਜਿਹੜੇ ਇਹ ਮੇਰ ਤੇਰ ਦੇ ਵਿਤਕਰੇ ਚੱਲਦੇ ਨੇ। ਤੇ ਭਗਤ ਜੀ ਅੱਜ ਦੇ ਸ਼ਬਦ ਵਿੱਚ ਇਹਨਾਂ ਵਿਤਕਰਿਆਂ ਨੂੰ ਦੂਰ ਕਰਨ ਦੇ ਲਈ ਇਹ ਜ਼ਿਕਰ ਕਰ ਰਹੇ ਨੇ ਵੀ ਸੱਜਣਾ, ਇਹ ਤੇਰੇ ਮੇਰ ਤੇਰ ਦੇ ਵਿਤਕਰੇ ਕਾਹਦੇ ਕੰਮ ਆ, ਇਹਨਾਂ ਵਿੱਚ ਕਾਹਦੇ ਲਈ ਪਿਆ ਹੋਇਆ ਵਾ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਵਿਤਕਰੇ ਬੜੇ ਸਿਰ ਚੜ੍ਹ ਕੇ ਇੱਕ ਦੂਜੇ ਦੇ ਬੋਲਦੇ ਸਨ। ਇਹ ਵਿਤਕਰੇ ਜਿਹੜੇ ਸਨ ਨਾ, ਜਾਤ ਕਰਕੇ ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਤੂੰ ਨੀਵੀਂ ਜਾਤ ਦਾ ਆ, ਜਿਵੇਂ ਭਗਤ ਜੀ ਦੇ ਨਾਲ ਵੀ ਹੁੰਦਾ ਵਾ। ਭਗਤ ਜੀ ਨੂੰ ਵੀ ਕਹਿ ਦਿੱਤਾ ਜਾਂਦਾ ਵੀ ਤੁਸੀਂ ਨੀਵੀਂ ਜਾਤ ਦੇ ਹੋ, ਤੁਸੀਂ ਭਗਤੀ ਨਹੀਂ ਕਰ ਸਕਦੇ, ਤੁਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ। ਭਗਤ ਰਵਿਦਾਸ ਜੀ ਦੇ ਨਾਲ ਵੀ ਐਸੀਆਂ ਧਾਰਨਾਵਾਂ ਸੰਸਾਰ ਦੇ ਉਹ ਉੱਚ ਜਾਤ ਦੇ ਲੋਕ ਕਰਦੇ ਸਨ, ਜਿਹੜੇ ਉਹਨਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਸੰਸਾਰ ਦੇ ਵਿੱਚ ਪ੍ਰਗਟ ਕਰਦੇ ਸੀ। ਉਹਨਾਂ ਬੜਾ ਬੋਲਬਾਲਾ ਕੀਤਾ, ਬੜਾ ਵਿਤਕਰਾ ਕੀਤਾ। ਪਰ ਸਾਹਿਬ ਕਹਿ ਰਹੇ ਨੇ ਵੀ ਕਾਹਦੇ ਲਈ ਇਹ ਤੇਰ ਤੇ ਮੇਰ ਦੇ ਵਿਤਕਰਿਆਂ ਦੇ ਵੀ ਸੱਜਣਾ ਪਿਆ ਹੋਇਆ। ਜੈਸੇ ਤਰਵਰ ਪੰਖ ਬਸੇਰਾ, ਤਰਵਰ ਤੋਂ ਭਾਵ ਹੁੰਦਾ ਵਾ ਦਰਖਤ, ਪੰਖ ਤੋਂ ਭਾਵ ਇੱਥੇ ਪੰਛੀ। ਮਾਲਕ ਨੇ ਕਿਹਾ ਸੱਜਣਾ ਤੇਰੀ ਜ਼ਿੰਦਗੀ ਦੀ ਦਾ ਪੰਧ ਇੰਨਾ ਕੁ ਲੰਮੇਰਾ ਵਾ, ਜਿਵੇਂ ਦਰਖਤ ਦੇ ਉੱਤੇ ਬੈਠਾ ਹੋਇਆ ਪੰਛੀ ਹੈ, ਉਹਦੇ ਉੱਤੇ ਬੈਠਾ ਪੰਛੀ ਥੋੜ੍ਹੇ ਸਮੇਂ ਬਾਅਦ ਉੱਡ ਕੇ ਚਲਿਆ ਜਾਂਦਾ। ਸੰਸਾਰ ਦੇ ਵਿੱਚ ਤੇਰੀ ਜ਼ਿੰਦਗੀ ਦੀ ਦੌੜ ਇੰਨੀ ਕੁ ਆ। ਹੁਣ ਇਹ ਜ਼ਿਕਰ ਕੀਤਾ ਭਗਤ ਜੀ ਨੇ ਵੀ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਾਹਦੇ ਲਈ ਇਹਨਾਂ ਵਿਤਕਰਿਆਂ ਦੇ ਵਿੱਚ ਪਿਆ ਹੋਇਆ ਵਾਂ। ਜੈਸੇ ਤਰਵਰ ਪੰਖ ਬਸੇਰਾ, ਜਿਵੇਂ ਇੱਕ ਦਰਖਤ ਦੇ ਉੱਪਰ ਬੈਠਾ ਪੰਛੀ ਹੈ, ਬਸ ਇੰਨੀ ਕੁ ਤੇਰੀ ਜ਼ਿੰਦਗੀ ਆ। ਬਸ ਉਹਦੇ ਨਿਆਈ ਤੇਰੀ ਜ਼ਿੰਦਗੀ ਹੈ, ਜਿੰਨੀ ਕੁ ਉਹਦਾ ਜੀਵਨ ਹੈ, ਜਿੰਨਾ ਕੁ ਸਮਾਂ ਉਹ ਬਹਿ ਕੇ ਚੱਲਿਆ ਗਿਆ, ਬਸ ਇੰਨੀ ਕੁ ਦੌੜ ਆ। ਹੁਣ ਸੱਚ ਇਸ ਸੰਸਾਰ ਦੇ ਵਿੱਚ ਬੜੇ ਵਿਤਕਰੇ ਨੇ, ਜਿਹੜੇ ਸੰਸਾਰ ਇੱਕ ਦੂਜੇ ਦੇ ਨਾਲ ਪਿਆ ਕਰ ਰਿਹਾ ਵਾ। ਵਿਤਕਰੇ ਤੇਰ ਤੇ ਮੇਰ ਦੇ, ਕਿਸੇ ਨੂੰ ਸੰਸਾਰ ਦੇ ਵਿੱਚ ਇਹ ਕਹਿ ਕੇ ਇਹ ਮੁਹਾਵਰੇ ਵੀ ਜਿਹੜੇ ਨੇ ਸੰਸਾਰ ਦੇ ਵਿੱਚ ਬੋਲੇ ਜਾਣ ਲੱਗੇ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਭਾਵ ਜਿਹਦੇ ਘਰ ਦੇ ਵਿੱਚ ਕੁਝ ਧਨ ਦੌਲਤ ਦੇ ਸ਼ੁਮਾਰ ਲੱਗੇ ਹੋਏ ਨੇ, ਜੇ ਉਹਦੇ ਘਰ ਦਾ ਕੋਈ ਵੀ ਜੀ ਕੋਈ ਐਸੀ ਗੱਲ ਕਰ ਦਵੇ ਜਿਹੜੀ ਬੇਤੁਕੀ ਹੈ, ਜਿਹਦੀ ਕੋਈ ਬੁਨਿਆਦ ਨਹੀਂ ਹੈ, ਜਿਹਦਾ ਕੋਈ ਅਰਥ ਭਾਵ ਨਹੀਂ ਨਿਕਲਦਾ, ਪਰ ਉਹਨੂੰ ਵੀ ਕਹਿ ਦਿੱਤਾ ਜਾਂਦਾ ਬੜੀ ਚੰਗੀ ਗੱਲ ਕੀਤੀ ਹੈ। ਕਹਿਣ ਤੋਂ ਭਾਵ ਇਹ ਸਿਰਫ ਤੇ ਸਿਰਫ ਇੱਕ ਮਾਇਆ, ਧਨ, ਇੱਕ ਦੌਲਤ ਦੀ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੰਸਾਰ ਜਿਹੜਾ ਹੈ ਇਹਨਾਂ ਵਿਤਕਰਿਆਂ ਵਿੱਚ, ਜਿਹਦਾ ਘਰ ਬੜਾ ਚੰਗਾ, ਬੜਾ ਉੱਚਾ ਸੱਜਿਆ ਹੋਇਆ, ਬਣਾਇਆ ਹੋਇਆ, ਤਿਆਰ ਕੀਤਾ ਹੋਇਆ, ਤੇ ਇੱਕ ਉਹ ਹੈ ਜਿਹੜਾ ਕੱਖ ਦੀ ਕੁੱਲੀ ਦੇ ਵਿੱਚ ਰਹਿ ਰਿਹਾ ਵਾ, ਕੱਖਾਂ ਦੀ ਕੁੱਲੀ 'ਚ ਰਹਿਣ ਵਾਲਾ ਵੀ ਹੈ, ਤੇ ਜਾਇਆ ਉਹਦੇ ਕੋਲ ਜਾਂਦਾ, ਉਹਦੇ ਅੱਗੇ ਸਿਜਦਾ ਕੀਤਾ ਜਾਂਦਾ, ਉਹਦੀ ਆਊ ਭਗਤ ਕੀਤੀ ਜਾਂਦੀ ਹੈ, ਜਿਹਦੇ ਕੋਲੇ ਬੜੇ ਧਨ ਤੇ ਬੜੀ ਦੌਲਤ ਹੈ। ਹਾਲਾਂਕਿ ਉਹਦੇ ਵਿੱਚ ਰਹਿਣ ਵਾਲੇ ਜਿਹੜੇ ਨੇ ਬੇਤੁਕੀਆਂ ਬੇਢੰਗੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਵੀ ਚੰਗਾ ਕਿਹਾ ਜਾਂਦਾ ਵਾ। ਤੇ ਇਹ ਦੌੜ ਨੂੰ ਦੇਖਦੇ ਆ ਭਗਤ ਜੀ ਜ਼ਿਕਰ ਕਰ ਰਹੇ ਨੇ ਕਾਹਦੇ ਲਈ, ਇਹ ਮੇਰ ਤੇ ਤੇਰ ਦੇ ਸਜਣਾ ਵਿਤਕਰੇ ਆ। ਤੇਰੀ ਜ਼ਿੰਦਗੀ ਕੋਈ ਬਹੁਤੀ ਲੰਮੇਰੀ ਨਹੀਂ, ਇਹ ਮੇਰ ਤੇ ਤੇਰ ਦੇ ਵਿਤਕਰਿਆਂ ਨੂੰ ਛੱਡ ਦੇ, ਇਹਨਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ। ਮੇਰ ਔਰ ਤੇਰ ਦੇ ਵਿਤਕਰਿਆਂ ਨੂੰ ਜੀਵਨ ਚੋਂ ਬਾਹਰ ਕੱਢ। ਇਹ ਤੇਰੇ ਸੋਹਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਜਿਵੇਂ ਸਾਹਿਬ ਆਖਦੇ ਨੇ ਸਭ ਫੁੱਲਾਂ ਕੀ ਬਾਗਾਤ, ਜਾਂ ਸਾਹਿਬ ਨੇ ਜੀਵਨ ਤੇ ਜ਼ਿੰਦਗੀ ਨੂੰ ਕਿਹਾ ਇਹ ਇੱਕ ਬਹੁਤ ਚੰਗਾ ਤੇ ਸੁਹਾਵਣਾ ਸਫ਼ਰ ਹੈ। ਸੰਸਾਰ ਇਹਨਾਂ ਵਿਤਕਰਿਆਂ ਦੇ ਵਿੱਚ ਹੀ ਪੈ ਕੇ ਇਹਨੂੰ ਜਿਹੜਾ ਹੈ ਬੇਕਾਰ ਤੇ ਬਰਬਾਦ ਕਰ ਰਿਹਾ ਵਾ। ਕਈ ਇਸ ਸੰਸਾਰ ਵਿੱਚ ਆਪਣੇ ਦੌਲਤ ਦੇ ਹੰਕਾਰ ਕਰਕੇ ਹੀ ਆਪਣੇ ਜੀਵਨ ਨੂੰ ਸੋਹਣੇ ਢੰਗ ਨਾਲ ਨਹੀਂ ਬਤੀਤ ਕਰ ਸਕਦੇ। ਜਿਵੇਂ ਬ੍ਰਹਮਦਾਸ,
ਉਹਨੇ ਆਪਣੇ ਗਿਆਨ ਕਰਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਬਿਆਨ ਜਿਹੜਾ ਹੈ ਬਤੀਤ ਨਹੀਂ ਜੇ ਕੀਤਾ। ਇਸੇ ਤਰ੍ਹਾਂ ਜਦੋਂ ਦੁਨੀ ਚੰਦ ਨੂੰ ਦੇਖਦੇ ਆ ਨਾ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਸ ਬੰਦੇ ਦਾ ਮਿਲਾਪ ਹੁੰਦਾ, ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਵਾ ਵੀ ਮੇਰੇ ਕੋਲੇ ਬੜਾ ਧਨ ਹੈ, ਦੌਲਤ ਹੈ, ਮੇਰੇ ਕੋਲੇ ਬੇਸ਼ੁਮਾਰ ਧਨਾੜਮਾ ਮੈਂ, ਤੇ ਬੜੀ ਉਹਦੇ ਮਨ ਵਿੱਚ ਇਹ ਹੈਂਕੜ ਹੈ, ਕਹਿ ਲਈਏ ਹੰਕਾਰ ਹੈ ਵੀ ਦੌਲਤ ਹੈ ਮੇਰੇ ਪਾਸ। ਤੇ ਉਹਦਾ ਜਦੋਂ ਮਨ ਦਾ ਜਿਹੜਾ ਗੁਮਾਨ ਉਤਾਰਿਆ ਨਾ, ਫਿਰ ਉਹਨੂੰ ਪਤਾ ਲੱਗਿਆ ਵੀ ਇਹ ਜੀਵਨ ਜਿਹੜਾ ਹੈ ਐਵੇਂ ਹੀ ਹੰਕਾਰ ਵਿੱਚ ਪਿਆ ਬਰਬਾਦ ਕਰ ਰਿਹਾ ਵਾ। ਹੁਣ ਇਸ ਕਰਕੇ ਭਗਤ ਜੀ ਇੱਥੇ ਜ਼ਿਕਰ ਕਰ ਰਹੇ ਨੇ, ਸਜਣਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਾਹਦੇ ਲਈ ਇਹ ਮੇਰ ਤੇਰ ਦੇ ਵਿਤਕਰਿਆਂ ਦੇ ਵਿੱਚ ਪਿਆ ਹੋਇਆ ਵਾ। ਜੈਸੇ ਤਰਵਰ ਪੰਖ ਬਸੇਰਾ, ਤੇਰਾ ਜੀਵਨ ਉਸ ਪੰਛੀ ਦੀ ਤਰ੍ਹਾਂ ਹੈ ਜਿਹੜਾ ਪੰਛੀ ਦਰਖਤ ਦੇ ਉੱਪਰ ਬੈਠਾ ਤੇ ਥੋੜ੍ਹੇ ਸਮੇਂ ਬਾਅਦ ਉਡਾਰੀ ਮਾਰ ਕੇ ਚੱਲਿਆ ਗਿਆ। ਇਸੇ ਨੂੰ ਬਾਬਾ ਫਰੀਦ ਜੀ ਵੀ ਕਹਿੰਦੇ ਹੈ ਵੀ ਸਜਣਾ ਤੇਰੀ ਜ਼ਿੰਦਗੀ ਦੀ ਦੌੜ ਇੰਨੀ ਕੁ ਹੈ ਜਿੰਨੀ ਤੇਰੇ ਘਰ ਦੀ ਛੱਤ ਹੈ। ਇੱਕ ਕਿਨਾਰੇ ਤੋਂ ਤੂੰ ਦੌੜ ਤੇ ਬਹੁਤ ਛੇਤੀ ਉਹ ਛੱਤ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਤੇਰਾ ਜੀਵਨ ਹੈ, ਇਹਦਾ ਸਵਾਸਾਂ ਦਾ ਪੰਧ, ਇਹ ਸਵਾਸਾਂ ਦੀ ਥੰਮੀ ਬਹੁਤੀ ਲੰਮੇਰੀ ਨਹੀਂ ਹੈ ਸਜਣਾ, ਇਹ ਬਹੁਤ ਛੋਟੀ ਹੈ, ਬੜੀ ਛੋਟੀ ਹੈ। ਇਸ ਕਰਕੇ ਇੱਥੇ ਭਗਤ ਜੀ ਸਮਝਾ ਰਹੇ ਨੇ ਵੀ ਇਹਨਾਂ ਚੱਕਰਾਂ ਵਿੱਚ ਨਾ ਪੈ। ਇਹ ਮੇਰ ਤੇਰ ਦੇ ਵਿਤਕਰੇ ਤੈਨੂੰ ਉਸ ਪਰਮੇਸ਼ਰ ਨਿਰੰਕਾਰ ਦੇ ਘਰ ਤੋਂ ਬੜਾ ਦੂਰ ਔਰ ਤੇਰੇ ਜੀਵਨ ਨੂੰ ਬੇਕਾਰੀ ਤੇ ਬਰਬਾਦ ਕਰ ਰਹੇ ਨੇ। ਜਿੱਥੇ ਹੁਣ ਇਹ ਭਗਤ ਜੀ ਨੇ ਇੱਥੇ ਇਹ ਗੱਲ ਕੀਤੀ, ਉੱਥੇ ਬਾਬਾ ਕਬੀਰ ਜੀ ਜਿਹੜੇ ਪੂਰਨ ਤੌਰ 'ਤੇ ਸਮਰਪਿਤ ਹੋ ਚੁੱਕੇ ਨੇ, ਉਹਨਾਂ ਜ਼ਿਕਰ ਕੀਤਾ ਮੈਨੂੰ ਸੰਸਾਰੀਆਂ ਦੇ ਇਹਨਾਂ ਮਜ਼ਹਬ ਕਰਕੇ ਊਚ ਨੀਚ ਜਿਹੜੀ ਹੈ, ਮੈਨੂੰ ਇਹਨਾਂ ਦਾ ਕੋਈ ਫਿਕਰ ਤੇ ਪ੍ਰਭਾਵ ਨਹੀਂ ਆ। ਵੀ ਸੰਸਾਰ ਕਹਿ ਰਿਹਾ ਤੂੰ ਨੀਵੀਂ ਜਾਤ ਦਾ, ਸੰਸਾਰ ਕਹਿ ਰਿਹਾ ਕਿਸੇ ਨੂੰ ਵੀ ਤੂੰ ਉੱਚੀ ਜਾਤ ਦਾ ਵਾਂ, ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਜਿਹੜਾ ਹੈ, ਬਾਬਾ ਕਬੀਰ ਜੀ ਕਹਿ ਰਹੇ ਨੇ ਮੇਰੇ ਤੇ ਕੋਈ ਅਸਰ ਨਹੀਂ ਹੈ। ਤੇ ਇੱਥੋਂ ਤੱਕ ਗੁਰਬਚਨ ਨੇ ਗੱਲ ਕਹਿ ਦਿੰਦੇ ਨੇ ਵੀ ਸੱਜਣਾ ਸਭ ਇੱਥੇ ਇੱਕ ਨੇ। ਤੇ ਇਹ ਉਹ ਗੱਲ ਕਹਿੰਦੇ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਸਭ ਇੱਥੇ ਇੱਕ ਨੇ। ਇਹ ਉਹ ਗੱਲ ਕਹਿੰਦੇ ਨੇ ਜਿਨ੍ਹਾਂ ਨੇ ਮੇਰ ਤੇਰ ਦੇ ਵਿਤਕਰੇ ਮਨ ਵਿੱਚੋਂ ਦੂਰ ਕੀਤੇ ਨੇ। ਰੱਬੀ ਬਚਨ ਨੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਜਨਮ ਕਰਕੇ ਕੋਈ ਜਾਤ ਨਹੀਂ ਸੀ ਬੰਦੇ ਦੀ, ਜਦੋਂ ਇਹਦੀ ਪੈਦਾਇਸ਼ ਹੋਈ ਜਾਂ ਤਿਸ ਭਾਣਾ ਤਾਂ ਜੰਮਿਆ, ਇਹਦੀ ਉਦੋਂ ਕੋਈ ਜਨਮ ਸਮੇਂ ਨਾ ਮਜ਼ਹਬ ਹੈ ਔਰ ਨਾ ਇਹਦੀ ਕੋਈ ਜਾਤ ਹੈ। ਉਹਦੇ ਤੋਂ ਬਾਅਦ ਜਦੋਂ ਦੇਖਿਆ ਜਾਵੇ ਸੰਸਾਰ ਕਹਿ ਰਿਹਾ ਫਲਾਨੀ ਜਾਤ ਦਾ, ਉਹ ਫਲਾਣਾ ਬੰਦਾ ਵਾ। ਪਰ ਸਾਹਿਬ ਨੇ ਕਿਹਾ ਸੱਜਣਾ ਜਦੋਂ ਤੇਰਾ ਜਨਮ ਹੋਇਆ, ਜਾਂ ਬਾਬੇ ਕਬੀਰ ਵਰਗਿਆਂ ਨੇ ਬਾ ਕਮਾਲ ਦਲੀਲਾਂ ਦਿੱਤੀਆਂ। ਜਦੋਂ ਬ੍ਰਾਹਮਣ ਦੀ ਗੱਲ ਕੀਤੀ, ਉਹਨਾਂ ਜ਼ਿਕਰ ਕੀਤਾ ਐ ਬ੍ਰਾਹਮਣ ਤੂੰ ਕਹਿ ਰਿਹਾ ਮੈਂ ਸ੍ਰੇਸ਼ਟ ਹਾਂ, ਮੈਂ ਉੱਚਾ ਵਾਂ, ਮੈਂ ਉੱਚ ਜਾਤੀ ਦਾ ਵਾਂ, ਮੈਨੂੰ ਇਹ ਦੱਸ ਵੀ ਮੇਰੇ ਔਰ ਤੇਰੇ ਵਿੱਚ ਜਿਹੜਾ ਇਹ ਨਾੜੀਆਂ ਦਾ ਸਿਸਟਮ ਹੈ, ਇਹਨਾਂ ਵਿੱਚ ਜਿਹੜਾ ਬਲੱਡ ਹੈ ਉਹ ਤੇਰਾ ਚਿੱਟੇ ਰੰਗ ਦਾ ਔਰ ਮੇਰਾ ਲਾਲ ਰੰਗ ਦਾ ਕਿਉਂ ਨਹੀਂ ਹੈ, ਵੱਖਰਾ ਵੱਖਰਾ ਕਿਉਂ ਨਹੀਂ ਹੈ। ਜੇ ਤੂੰ ਇਹ ਗੱਲ ਕਹਿ ਰਿਹਾ ਵਾਂ, ਫਿਰ ਜੇ ਤੂੰ ਉੱਚੀ ਜਾਤ ਦਾ ਮਾਂ ਤਾਂ ਤੇਰੇ ਬਲੱਡ ਦੀ ਜਗ੍ਹਾ 'ਤੇ, ਖੂਨ ਦੀ ਜਗ੍ਹਾ 'ਤੇ ਤੇਰੇ ਦੁੱਧ ਜਿਹੜਾ ਹੈ ਉੱਥੇ ਹੋਣਾ ਚਾਹੀਦਾ ਸੀ, ਪਰ ਹੈ ਉੱਥੇ ਇੱਕ ਹੀ। ਇਸ ਕਰਕੇ ਇਹ ਸਿਰਫ ਤੇ ਸਿਰਫ ਤੇਰੇ ਮਨ ਦਾ ਜਿਹੜਾ ਹੰਕਾਰ ਹੈ ਜੋ ਤੇਰੇ ਸਿਰ ਚੜ੍ਹ ਕੇ ਬੋਲ ਰਿਹਾ। ਇੱਥੇ ਸਭ ਹੀ ਇੱਕ ਨੇ, ਕੋਈ ਵੱਖਰਾ ਨਹੀਂ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਾਂ ਸਾਹਿਬ ਆਖਦੇ ਨੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਜਾਂ ਸਾਹਿਬ ਨੇ ਰੱਬੀ ਬਚਨਾਂ ਵਿੱਚ ਇਹ ਗੱਲ ਕੀਤੀ ਵੀ ਸੱਜਣਾ ਜਿੱਥੇ ਇਹ ਇੱਕ ਨੂਰ ਇੱਕ ਜਹੂਰ ਤੋਂ ਸਭ ਸੰਸਾਰ ਦੀ ਪੈਦਾਇਸ਼ ਹੋਈ ਆ, ਤੇ ਉੱਥੇ ਮਾਲਕ ਨੇ ਇਹ ਵੀ ਜ਼ਿਕਰ ਕੀਤਾ ਵੀ ਸੱਜਣਾ ਇੱਥੇ ਸਭ ਇੱਕ ਹੀ ਨੇ, ਕੋਈ ਇੱਥੇ ਵੱਖਰਾ ਵੱਖਰਾ ਨਹੀਂ ਹੈ, ਸਭ ਇੱਕ ਹੀ ਨੇ। ਹੁਣ ਜਿਨ੍ਹਾਂ ਨੇ ਇਹ ਮੰਨ ਲਿਆ ਵੀ ਸਾਰੇ ਹੀ ਇੱਕ ਨੇ, ਫਿਰ ਉਹ ਇਹ ਗੱਲ ਕਹਿੰਦੇ ਆ ਵੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉਹਨਾਂ ਨੇ ਜ਼ਿਕਰ ਕੀਤਾ ਵੀ ਸਾਰੇ ਇੱਕ ਦੂਜੇ ਦੇ ਮਿੱਤਰ ਨੇ, ਇੱਕ ਦੂਜੇ ਦੇ ਭਰਾ ਨੇ। ਜਿਵੇਂ ਸਾਹਿਬ ਇਹ ਜ਼ਿਕਰ ਵੀ ਕਰਦੇ ਆ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਇਹ ਜਾਤ ਕਰਕੇ, ਮਜ਼ਹਬ ਕਰਕੇ, ਧਰਮ ਕਰਕੇ, ਸੰਸਾਰ ਦੇ ਵਿੱਚ ਫਿਰਕਿਆਂ ਕਰਕੇ ਸੰਸਾਰੀਆਂ ਨੇ ਵੰਡੀਆਂ ਪਾਈਆਂ ਨੇ। ਪਰ ਜਦੋਂ ਨਿਰੰਕਾਰ ਦੇ ਘਰ ਦੀ ਗੱਲ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਸਭਨਾਂ ਨੂੰ ਵੀ ਇਹ ਸਾਰੇ ਇੱਕ ਹੀ ਨੇ, ਵੱਖਰੇ ਵੱਖਰੇ ਨਹੀਂ ਆ।
ਸੋ ਭਗਤ ਜੀ ਇਹ ਗੱਲ ਕਹਿ ਰਹੇ ਨੇ ਵੀ ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਾਹਦੇ ਲਈ ਇਹ ਮੇਰ ਔਰ ਤੇਰ ਦੇ ਵਿਤਕਰਿਆਂ ਦੇ ਵਿੱਚ ਪਿਆ ਹੋਇਆਂ, ਸਭ ਇੱਕ ਹੀ ਨੇ। ਔਰ ਇਹ ਜ਼ਿੰਦਗੀ ਦੀ ਦੌੜ ਇੰਨੀ ਕੁ ਹੈ ਜਿਵੇਂ ਇੱਕ ਪੰਛੀ ਦਰਖਤ ਦੇ ਉੱਪਰ ਬੈਠਾ ਔਰ ਕੁਝ ਸਮੇਂ ਬਾਅਦ ਉਡਾਰੀ ਮਾਰ ਕੇ ਚਲਿਆ ਗਿਆ। ਸੱਜਣਾ, ਸੰਸਾਰ ਤੇ ਤੂੰ ਆਇਆ ਕਿ ਸਮਾਂ ਆਵੇਗਾ ਜਦੋਂ ਤੈਨੂੰ ਇੱਥੋਂ ਜਾਣਾ ਪਵੇਗਾ। ਹੁਣ ਇੱਥੇ ਜਿੱਥੇ ਜ਼ਿਕਰ ਕੀਤਾ ਮਨੁੱਖ ਦੀ ਹੋਂਦ ਦਾ, ਉੱਥੇ ਪਹਿਲੀ ਗੱਲ ਭਗਤ ਜੀ ਨੇ ਸੰਸਾਰ ਦੇ ਇਸ ਜੀਵ ਦੀ ਗੱਲ ਕੀਤੀ। ਸਾਹਿਬ ਨੇ ਕਿਹਾ ਜਲ ਕੀ ਭੀਤ। ਦੂਜਾ ਜ਼ਿਕਰ ਕੀਤਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਮਨੁੱਖ ਦੀ ਹੋਂਦ ਇੱਥੋਂ ਹੈ। ਇਹ ਹੈ ਮਨੁੱਖ ਦੀ ਪੈਦਾਇਸ਼। ਜਲ ਕੀ ਭੀਤ, ਇੱਕ ਜਲ ਦੀ ਕੰਧ ਹੈ ਤੇ ਪਾਣੀ ਦੀ ਕੰਧ ਜਿਹੜੀ ਕਿੰਨਾ ਕੁ ਟਾਈਮ ਖਲੋ ਸਕਦੀ ਹੈ ਜੀ। ਜਲ ਕੀ ਭੀਤ ਪਵਨ ਕਾ ਥੰਬਾ, ਸਵਾਸਾਂ, ਹਵਾ ਜਿਹੜੀ ਹੈ ਸਵਾਸ, ਉਹ ਇੱਕ ਥੰਮੀ, ਇੱਕ ਸਹਾਰਾ ਨੇ ਤੇਰੀ ਜ਼ਿੰਦਗੀ ਦੇ। ਜਲ ਕੀ ਭੀਤ ਜਲ ਕੀ ਭੀਤ ਪਵਨ ਕਾ ਥੰਬਾ। ਅੱਗੇ ਜ਼ਿਕਰ ਹੈ ਰਕਤ ਬੂੰਦ ਕਾ ਗਾਰਾ। ਰਕਤ ਭਾਵ ਬਲੱਡ, ਖੂਨ ਜਿਹੜਾ, ਬੂੰਦ ਕਾ ਗਾਰਾ। ਬੂੰਦ ਜੋ ਵੀਰਜ ਜਿਹੜਾ ਹੈ ਉਹਦੇ ਤੋਂ ਪੈਦਾਇਸ਼ ਹੁੰਦੀ ਹੈ ਬੰਦੇ ਦੀ। ਸਾਹਿਬ ਨੇ ਕਿਹਾ ਇਹ ਸਾਰਾ ਇੱਕ ਤੇਰਾ ਸਟਰਕਚਰ ਹੈ, ਇਹ ਤੇਰਾ ਢਾਂਚਾ, ਤੇਰੀ ਪੈਦਾਇਸ਼, ਤੇਰੀ ਹੋਂਦ ਦਾ ਇਹ ਸਭ ਕੁਝ ਕਾਰਨ ਹੈ। ਸਵਾਸਾਂ ਦੀ ਥੰਮੀ ਜਿਹੜੀ ਹੈ ਜਦੋਂ ਤੱਕ ਤੇਰੀ ਚੱਲ ਰਹੀ ਹੈ, ਜਦੋਂ ਤੱਕ ਤੇਰੀ ਨਿਰੰਤਰ ਜਾਰੀ ਹੈ ਸੱਜਣਾ, ਉਦੋਂ ਤੱਕ ਹੋਂਦ ਤੇਰੀ ਹੈ। ਜਦੋਂ ਇਹ ਥੰਮੀ ਸਹਿਮ ਗਈ, ਸਵਾਸਾਂ ਦੀ ਥੰਮੀ ਇਹ ਸਹਿਮ ਗਈ, ਫਿਰ ਕੁਛ ਵੀ ਨਹੀਂ ਜੀ ਹੋ ਸਕਦਾ। ਸੰਸਾਰ ਕਹਿਣ ਲੱਗ ਜਾਵੇਗਾ। ਜਦੋਂ ਇਹ ਸਵਾਸਾਂ ਦੀ ਥੰਮੀ ਸਹਿਮ ਗਈ, ਇਹ ਖਤਮ ਹੋ ਗਈ, ਸੰਸਾਰ ਤੈਨੂੰ ਮੁਰਦਾ ਘੋਸ਼ਿਤ ਕਰ ਦੇਵੇਗਾ। ਸਾਹਿਬ ਨੇ ਕਿਹਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਹੱਡੀਆਂ ਦਾ ਇੱਕ ਢਾਂਚਾ, ਸਟਰਕਚਰ ਤਿਆਰ ਕੀਤਾ ਹੋਇਆ ਤੇ ਇਹਦੇ ਵਿੱਚ ਜੋਤ ਜਿਹੜੀ ਹੈ ਉਸ ਪਰਮੇਸ਼ਰ ਦੀ ਟਿਕੀ ਹੋਈ ਹੈ। ਜਦੋਂ ਉਹ ਜੋਤ ਸਰੀਰ ਵਿੱਚ ਉੱਡ ਕੇ ਚਲੇਗੀ, ਫਿਰ ਸਰੀਰ ਕਾਹਦੇ ਜੋਗਾ ਜੀ? ਕਿਸੇ ਜੋਗਾ ਵੀ ਨਹੀਂ ਰਿਹਾ। ਫਿਰ ਮਾਲਕ ਸੱਚਾਈ ਵੀ ਬਿਆਨ ਕਰਦੇ ਹੈ, ਜਿਹੜੇ ਲੱਗੇ ਹੋਏ ਨੇ ਨਾ ਮੇਰ ਤੇਰ ਦੇ ਵਿਤਕਰਿਆਂ ਦੇ ਵਿੱਚ, ਮਾਲਕ ਨੇ ਕਿਹਾ ਸੱਜਣਾ ਇਹ ਮੇਰ ਤੇਰ ਦੇ ਵਿਤਕਰਿਆਂ 'ਚ ਪਿਆ ਜ਼ਰੂਰ ਹੋਇਆ। ਜਦੋਂ ਆਸਵਾਸਾਂ ਦੀ ਥੰਮੀ ਸਹਿਮ ਗਈ, ਪੰਖੀ ਵਸੈ ਵਿਚਾਰਾ ਜਿਹੜਾ ਹੈ ਉਹ ਉੱਡ ਪੁੱਡ ਗਿਆ ਨਾ, ਫਿਰ ਤੇਰੇ ਜੀਵਨ ਦੀ ਇਹ ਹਾਲਾਤ ਹੈ। ਉਹ ਹਾਲਾਤ ਨੂੰ ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਜ਼ਿਕਰ ਕੀਤਾ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਉਹਨਾਂ ਜ਼ਿਕਰ ਕੀਤਾ 4 ਬੰਦੇ ਲੈ ਕੇ ਜਾ ਰਹੇ ਨੇ। ਜਿਹੜਾ ਬੰਦਾ ਸਾਰੀ ਜ਼ਿੰਦਗੀ ਹੰਕਾਰ ਦੇ ਵਿੱਚ ਸਮਾਂ ਪਿਆ ਬਤੀਤ ਕਰ ਰਿਹਾ ਸੀ, ਉਹਨੂੰ ਆ 4 ਬੰਦੇ ਆਪਣੇ ਮੋਢਿਆਂ 'ਤੇ ਲੈ ਕੇ ਜਾ ਰਹੇ ਨੇ। ਅਤੇ ਜ਼ਿੰਦਗੀ ਦੀ ਜਦੋਂ ਗੱਲ ਬਾਬਾ ਫਰੀਦ ਜੀ ਨੇ ਕੀਤੀ ਨਾ, ਬਾਬਾ ਫਰੀਦ ਜੀ ਜਿੱਥੇ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਵੀ ਥੋੜ੍ਹਾ ਸਮਾਂ ਤੇਰੇ ਕੋਲੇ, ਉੱਥੇ ਬਾਬਾ ਫਰੀਦ ਜੀ ਇੱਕ ਬਗਲੇ ਦੀ ਉਦਾਹਰਨ ਦੇ ਕੇ ਕਹਿੰਦੇ ਆ ਵੀ ਸੱਜਣਾ ਇੰਨੀ ਕੁ ਤੇਰੀ ਜ਼ਿੰਦਗੀ ਹੈ। ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸੰਸੋ ਗਾਲੀ ਰੱਬ ਕੀਆਂ। ਆਹ ਹੈ ਬੰਦੇ ਦੀ ਹੋਂਦ, ਇਹ ਹੈ ਬੰਦੇ ਦੀ ਜ਼ਿੰਦਗੀ ਤੇ ਜੀਵਨ। ਸੱਜਣਾ ਅਚਿੰਤੇ ਬਾਜ ਜਿੱਦਣ ਰੱਬ ਦੇ ਪਏ ਤੇ ਮਾਲਕ ਨੇ ਕਿਹਾ ਸੰਸਾਰ ਤੋਂ ਤੈਨੂੰ ਸਭ ਕੁਝ ਸਮੇਟ ਕੇ ਜਾਣਾ ਪਵੇਗਾ। ਤੇ ਉਹ ਸੱਚਾਈ ਨੂੰ ਬਿਆਨ ਕਰਦਿਆਂ ਇਹ ਗੱਲ ਵੀ ਕਹਿ ਦਿੱਤਾ, ਇਹ ਗੱਲ ਵੀ ਸਾਹਿਬ ਨੇ ਬਾਣੀ ਵਿੱਚ ਕਹੀ, ਜਿੱਥੇ ਇਹ ਹੱਡ ਮਾਸ ਤੇ ਨਾੜੀਆਂ ਦਾ ਪਿੰਜਰ, ਇਹ ਢਾਂਚਾ ਵਾ, ਜਦੋਂ ਇਹਦੇ ਵਿੱਚ ਉਹਦੀ ਜੋਤ ਜਿਹੜੀ ਹੈ ਉਹ ਉੱਡ ਪੁੱਡ ਗਈ ਸੱਜਣਾ, ਤੇਰੇ ਸਰੀਰ ਦੇ ਨੇੜੇ ਰਹਿਣ ਵਾਲੀ ਤੇਰੀ ਇਸਤਰੀ ਵੀ ਮਾਲਕ ਇਹ ਕਹਿੰਦੇ ਵੀ ਉਹ ਤਾਂ ਪ੍ਰੇਤ ਕਰ ਭਾਗੀ। ਉਹ ਵੀ ਇਹ ਕਵੇਗੀ ਇਹਨੂੰ ਲੈ ਜਾਓ ਛੇਤੀ, ਉਹ ਪ੍ਰੇਤ ਕਰ ਭਾਗੀ। ਨਾ ਸਾਹਿਬ ਆਖਦੇ ਨੇ ਦੇਹੜੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਮਾਂ ਜਨਮ ਦੇਣ ਵਾਲੀ ਦੇੜੀ ਤੇ ਬੈਠੀ ਰੋਵੇਗੀ, ਤੈਨੂੰ 4 ਜਾਣੇ ਲੈ ਜਾਣਗੇ ਸੰਸਾਰ ਤੋਂ। ਤੇ ਬੰਦਾ ਜਿਹੜਾ ਮੇਰ ਤੇਰ ਦੇ ਵਿਤਕਰਿਆਂ 'ਚ ਪਿਆ ਹੋਇਆ ਵਾ, ਇਹ ਤੇਰੀ ਹੋਂਦ, ਇਹ ਤੇਰੇ ਜੀਵਨ ਦੀ ਸੱਜਣਾ ਸੱਚਾਈ ਹੈ।
ਪਰ ਇਹ ਸੱਚਾਈ ਤੋਂ ਮੁਨਕਰ ਹੋ ਕੇ ਤੂੰ ਆਪਣੇ ਜੀਵਨ ਨੂੰ ਕੁਫਰ, ਆਪਣੇ ਜੀਵਨ ਨੂੰ ਜਿਹੜਾ ਹੈ ਕੰਡਿਆਂ ਦੇ ਉੱਪਰ ਤੋਰਦਾ ਪਿਆ ਵਾ। ਦੁਨੀ ਚੰਦ ਵਰਗੇ, ਸੱਜਣ ਠੱਗ ਵਰਗੇ ਜਿਹੜੇ ਇਹ ਬੰਦੇ ਨੇ ਨਾ, ਇਹ ਕਰਮਾਂ ਕਰਕੇ ਬੜੇ ਭੈੜੇ ਤੇ ਨੀਚ ਨੇ। ਤੇ ਇਸ ਕਰਕੇ ਮਾਲਕ ਨੇ ਇਹਨਾਂ ਨੂੰ ਸਮਝਾਇਆ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਇੱਕ ਜਿਹੜੇ ਬਚਨ ਨੇ ਅਕਸਰ ਸੁਣਨ ਨੂੰ ਮਿਲਦੇ ਹੈ, ਬੰਦੇ ਨੂੰ ਇਹਦੀਆਂ ਗਰਜਾਂ ਨੇ ਜਿਹੜਾ ਹੈ ਅਖੀਰ ਮਾਰ ਮੁਕਾਇਆ ਵਾ। ਹੰਕਾਰ ਦੇ ਵਿੱਚ ਆਪਣੀ ਗਰਜ ਕਰਕੇ ਬੰਦਾ ਤੁਰਿਆ ਫਿਰਦਾ ਵਾ। ਸਿਕੰਦਰ ਬਾਦਸ਼ਾਹ ਕਹਿੰਦਾ ਮੈਨੂੰ ਬੜਾ ਹੰਕਾਰ ਸੀ ਮੇਰੀ ਦੌਲਤ ਦਾ, ਮੈਨੂੰ ਬੜਾ ਹੰਕਾਰ ਸੀ ਵੀ ਮੈਂ ਇੰਨਾ ਇਲਾਕਾ ਜਿੱਤ ਲਿਆ, ਮੈਨੂੰ ਬੜਾ ਹੰਕਾਰ ਸੀ। ਪਰ ਉਹ ਬੰਦਾ ਜਾਂਦੇ ਹੋਏ ਅਖੀਰ 'ਚ ਇਹ ਕਹਿ ਕੇ ਗਿਆ ਮੇਰੇ ਹੱਥ ਪੈਰ ਬਾਹਰ ਕੱਢ ਦਿਓ ਬਈ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਕੱਖ ਵੀ ਨਹੀਂ ਲੈ ਕੇ ਚੱਲਿਆ ਨਾਲ। ਜਿਵੇਂ ਸਾਹਿਬ ਆਖਦੇ ਨੇ ਨਵ ਖੰਡਨ ਕੋ ਰਾਜ ਕਮਾਵੇ, ਅਗਲੀਰੇ ਬਚਨ ਨੇ ਅੰਤ ਚਲੇ ਗੋ ਹਾਰੀ। ਸਜਣਾ ਅਖੀਰ ਹਾਰ ਕੇ ਜਾਣਾ ਪਵੇਗਾ, ਭਾਵਾਂ 9 ਖੰਡਾਂ 'ਚ ਤੇਰਾ ਰਾਜ ਹੈ। ਤੇ ਭਗਤ ਰਵਿਦਾਸ ਜੀ ਸਮਝਾ ਰਹੇ ਨੇ ਸੱਜਣਾ ਤੇਰੀ ਆਹ ਪਾਇਆ ਮਾਂ, ਆਹ ਤੇਰੀ ਹੋਂਦ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੀ ਤਰਬਰ ਪੰਖ ਬਸੇਰਾ। ਅਗਲੇਰੇ ਰੱਬੀ ਵਚਨ ਜਿਨ੍ਹਾਂ ਵਿੱਚ ਭਗਤ ਜੀ ਕਹਿ ਰਹੇ ਨੇ ਰਾਖੋ ਕੰਧ ਉਸਾਰ ਹੋ ਨੀਵਾ। ਹੁਣ ਇੱਥੇ ਜ਼ਿਕਰ ਹੈ ਰਾਖੋ ਕੰਧ ਉਸਾਰ ਹੋ ਨੀਵਾ। ਇੱਥੇ ਕੰਧ ਜਿਹੜਾ ਹੈ ਉਹ ਇਹਦੇ ਨਾਲ ਜੋੜਿਆ ਜਾਵੇ, ਕੰਧ ਨੀਵਾ ਨਾਲ, ਰਾਖੋ ਕੰਧ ਉਸਾਰੋ ਨੀਵਾ। ਬਈ ਬੰਦਾ ਬੜੇ ਵੱਡੇ ਮਹੱਲ ਤਿਆਰ ਕਰ ਰਿਹਾ ਵਾ, ਰਾਖੋ ਕੰਧ ਉਸਾਰੋ ਨੀਵਾ। ਪਰ ਸਾਹਿਬ ਨੇ ਸੱਚਾਈ ਬਿਆਨ ਕਰਦਿਆਂ ਕਿਹਾ ਸੱਜਣਾ ਤੈਨੂੰ ਆਰਾਮ ਕਰਨ ਦੇ ਲਈ ਤਾਂ 3 ਕੁ ਗਜ਼ ਥੋੜ੍ਹੀ ਜਿਹੀ ਜਗ੍ਹਾ ਚਾਹੀਦੀ ਹੈ ਨਾ, 3.5 ਹੱਥ ਤੇਰੀ ਸੀਮਾ, ਬਸ 3.5 ਹੱਥ ਤੈਨੂੰ ਆਰਾਮ ਕਰਨ ਦੇ ਲਈ ਜਗ੍ਹਾ ਚਾਹੀਦੀ ਹੈ। ਪਰ ਵੱਡੇ ਮਹੱਲ ਤਿਆਰ ਕਰ ਰਹੇ ਹਾਂ। ਤੇ ਇੱਕ ਸੱਚਾਈ ਨੂੰ ਇਹ ਵੀ ਬਿਆਨ ਕਰਦੇ ਆ ਸੱਜਣਾ ਜਦੋਂ ਸੰਸਾਰ ਤੋਂ ਜਾਵੇਂਗਾ ਤੇਰੀ ਕਬਰ ਕਿੰਨੀ ਕੁ ਵੱਡੀ ਹੁੰਦੀ ਹੈ। ਤੇਰੀ ਕਬਰ ਜਿਸ ਜਗ੍ਹਾ 'ਤੇ ਤੇਰਾ ਸੰਸਕਾਰ ਹੋਵੇਗਾ, ਤੇਰੇ ਅੰਤਸ਼ਯ ਕਰਮ ਹੋਵੇਗਾ, ਉਸ ਵਕਤ ਕਿੰਨੀ ਕੁ ਜਗ੍ਹਾ ਚਾਹੀਦੀ ਹੈ। ਪਰ ਭਗਤ ਜੀ ਕਹਿ ਰਹੇ ਨੇ, ਉਹਨਾਂ ਜ਼ਿਕਰ ਕੀਤਾ ਰਾਖੋ ਕੰਧ ਉਸਾਰੂ ਨੀਵਾ, 3.5 ਹਾਥ ਤੇਰੀ ਸੀਵਾ। ਇੰਨੀ ਕੁ ਤੇਰੀ ਪਾਇਆ, ਇੰਨੀ ਕੁ ਤੈਨੂੰ ਜਗ੍ਹਾ ਚਾਹੀਦੀ ਹੈ। ਤੇ ਮਹੱਲਾਂ ਦੇ ਪਿੱਛੇ, ਆਪਣੇ ਹੰਕਾਰ ਦੇ ਪਿੱਛੇ, ਹੰਕਾਰ 'ਚ ਮਸਤ ਹੋ ਕੇ ਤੂੰ ਤੁਰਿਆ ਫਿਰਦਾ ਵਾ। ਅਗਲੇਰੇ ਬਚਨ ਭਗਤ ਜੀ ਨੇ ਫਿਰ ਇਹ ਕੀਤੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗੋ ਭਸਮ ਕੀ ਟੇਰੀ। ਇੱਕ ਉਹ ਸਮਾਂ ਸੀ ਜਦੋਂ ਬਰਾਤਾਂ 'ਚ ਤੁਰਦੀਆਂ ਸਨ ਤੇ ਜਿਹੜੇ ਨੀਵੀਂ ਜਾਤ ਦੇ ਹੁੰਦੇ ਸਨ ਨਾ, ਉਹਨਾਂ ਨੂੰ ਇਜਾਜ਼ਤ ਨਹੀਂ ਸੀ 2 ਚੀਜ਼ਾਂ ਦੀ। ਇੱਕ ਇਜਾਜ਼ਤ ਇਹ ਨਹੀਂ ਸੀ ਵੀ ਤੁਸੀਂ ਸਿਰ 'ਤੇ ਪੱਗ ਨਹੀਂ ਜੇ ਬੰਨ੍ਹਣੀ, ਦੂਜੀ ਇਹ ਇਜਾਜ਼ਤ ਨਹੀਂ ਸੀ ਵੀ ਤੁਸੀਂ ਘੋੜੇ 'ਤੇ ਸਵਾਰ ਨਹੀਂ ਹੋਣਾ। ਜਦੋਂ ਨੀਵੀਂ ਜਾਤ ਵਾਲਿਆਂ ਦੀ ਬਰਾਤ ਤੁਰਦੀ ਸੀ ਨਾ, ਉਹਨਾਂ ਦੇ ਅੱਗੇ ਇਹ ਕੰਡੀਸ਼ਨਾਂ ਹੁੰਦੀਆਂ ਸਨ, ਇੱਕ ਉਹ ਪੱਗ ਨਹੀਂ ਸੀ ਬੰਨ੍ਹ ਸਕਦੇ ਤੇ ਦੂਜਾ ਘੋੜੀ 'ਤੇ ਸਵਾਰ ਨਹੀਂ ਸੀ ਹੋ ਸਕਦੇ, ਉਹਨਾਂ ਨੂੰ ਤੁਰ ਕੇ ਜਾਣਾ ਪੈਂਦਾ ਸੀ। ਬੰਕੇ ਬਾਲ ਸਾਹਿਬ ਨੇ ਕਿਹਾ ਪਾਗ ਸਿਰ ਟੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਕਈ ਬੰਦੇ ਆਪਣੀ ਦਸਤਾਰ, ਆਪਣੀ ਪੱਗ ਕਰਕੇ ਤੇ ਹੰਕਾਰ ਦੀ ਗੱਲ ਭਗਤ ਜੀ ਕਰ ਰਹੇ ਨੇ, ਜਿਹੜਾ ਉਹਨਾਂ ਸਮਿਆਂ ਵਿੱਚ ਆਪਣੀ ਪੱਗ ਦਾ ਹੰਕਾਰ ਬੰਦੇ ਕਰਦੇ ਸੀ। ਉੱਚੀਆਂ ਜਾਤੀਆਂ ਵਾਲੇ ਉਹਨਾਂ ਦੀਆਂ ਪੱਗਾਂ ਵੀ ਵੱਖੋ ਵੱਖਰੇ ਤਰੀਕਿਆਂ ਦੀਆਂ ਹੁੰਦੀਆਂ ਸਨ, ਵੱਖੋ ਵੱਖਰੇ ਤਰੀਕਿਆਂ ਦੀ ਜਾਤ ਕਰਕੇ, ਮਜ਼ਹਬ ਕਰਕੇ ਪੱਗ ਹੋਇਆ ਕਰਦੀ ਸੀ। ਉਹਦੇ ਵਿੱਚੋਂ ਵੀ ਹੰਕਾਰ ਦੀਆਂ ਝਲਕਾਂ ਜਿਹੜੀਆਂ ਨੇ ਉਹ ਪੈਂਦੀਆਂ ਸਨ। ਭਗਤ ਜੀ ਕਹਿ ਰਹੇ ਨੇ ਬੰਕੇ ਭਾਗ, ਬੰਕੇ ਬਾਲ, ਤੇਰੇ ਸੁੰਦਰ ਬਾਲ ਨੇ, ਲੰਮੇ ਬਾਲ ਨੇ। ਪਾਗ ਅੱਗੇ ਜ਼ਿਕਰ ਹੈ ਸਿਰ ਡੇਰੀ, ਪੱਗ ਬੰਨੀ ਹੋਈ ਹੈ, ਹੰਕਾਰ ਉਹਦੇ ਵਿੱਚ ਵੀ ਤੂੰ ਤੁਰਿਆ ਫਿਰਦਾ। ਅਖੀਰ ਕਿਹਾ ਇਹ ਤਨ ਹੋਏਗੋ ਭਸਮ ਕੀ ਢੇਰੀ। ਫਿਰ ਅੱਗੇ ਗੱਲ ਕੀਤੀ ਉੱਚੇ ਮੰਦਰ, ਸੁੰਦਰ ਨਾਰੀ, ਬੰਦੇ ਨੂੰ ਆਪਣੇ ਮੰਦਰ ਭਾਵ ਘਰ ਮਹੱਲ ਦਾ ਵੀ ਹੰਕਾਰ ਹੈ ਨਾ, ਉੱਚੇ ਮੰਦਰ। ਦੂਜੀ ਗੱਲ ਕੀਤੀ ਸੁੰਦਰ ਨਾਰੀ,
ਤੇ ਇਨਸਾਨ ਨੂੰ ਆਪਣੀ ਔਰਤ, ਆਪਣੀ ਇਸਤਰੀ ਦਾ ਵੀ ਉਹਨਾਂ ਸਮਿਆਂ ਵਿੱਚ ਬੜਾ ਗੁਮਾਨ ਹੁੰਦਾ ਸੀ, ਬੜਾ ਹੰਕਾਰ ਹੁੰਦਾ ਸੀ। ਇਸ ਕਰਕੇ ਰਾਜੇ ਜਿਹੜੇ ਸੀ ਉਹ ਕਈ ਜਿਹੜੀਆਂ ਨੇ ਨਾ ਆਪਣਾ ਵਿਆਹ ਕਾਰਜ ਕਈ ਰਾਣੀਆਂ ਦੇ ਨਾਲ ਕਰਵਾਉਂਦੇ ਸਨ, ਭਾਵ ਉਹਨਾਂ ਨੂੰ ਹੰਕਾਰ ਸੀ ਵੀ ਇੰਨੀਆਂ ਮੇਰੀਆਂ ਔਰਤਾਂ ਰਾਣੀਆਂ ਨੇ। ਭਗਤ ਜੀ ਕਹਿ ਰਹੇ ਨੇ, ਉਹਨਾਂ ਜ਼ਿਕਰ ਕੀਤਾ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਸੱਜਣਾ, ਉਹਦੀ ਇਬਾਦਤ ਉਹਨੂੰ ਚੇਤੇ ਹੀ ਨਹੀਂ ਜੇ ਕੀਤਾ, ਆਪਣੇ ਜੀਵਨ ਦੀ ਇਸ ਬਾਜੀ ਨੂੰ ਐਵੇਂ ਵਿਅਰਥ ਹੀ ਹਾਰ ਕੇ ਜਾ ਰਿਹਾ ਵਾਂ। ਮੇਰੀ ਜਾਤ ਕਮੀਨੀ, ਪਾਂਤ ਕਮੀਨੀ, ਓਛਾ ਜਾਤ ਜਨਮ ਹਮਾਰਾ। ਹੁਣ ਇੱਥੇ ਦੋ ਗੱਲਾਂ ਕੀਤੀਆਂ, ਜਾਤ ਤੇ ਪਾਂਤ। ਪਾਂਤ ਭਾਵ ਇੱਜ਼ਤ, ਜਾਤ ਇੱਥੇ ਜੋ ਸੰਸਾਰੀਆਂ ਨੇ ਜਾਤ ਬਣਾਈਏ ਉਹਦੀ ਗੱਲ ਨਹੀਂ ਹੈ। ਭਗਤ ਜੀ ਨੇ ਕਿਹਾ ਵੀ ਮੇਰੇ ਜਿਹੜੇ ਕਰਮ ਨੇ ਨਾ ਉਹ ਬੜੇ ਨੀਚ ਨੇ, ਮੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ, ਮੇਰਾ ਵਿਅਰਥ ਜਿਹਾ ਜਨਮ ਹੈ। ਅਖੀਰ ਵਿੱਚ ਇਹ ਗੱਲ ਕਹਿ ਦਿੱਤੀ ਵੀ ਕਹਿ ਰਵਿਦਾਸ, ਇਹ ਗੱਲ ਆਖੀ, ਮੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚਮਾਰਾ। ਮੈਂ ਜਾਤ ਕਰਕੇ ਔਰ ਇੱਜ਼ਤ ਕਰਕੇ ਬਹੁਤਾ ਚੰਗਾ ਨਹੀਂ, ਭਾਵ ਮੈਂ ਕਰਮਾਂ ਕਰਕੇ ਔਰ ਮੈਂ ਬਹੁਤੀ ਸੰਸਾਰ ਦੇ ਲੋਕਾਂ ਤੋਂ ਸ਼ੋਭਾ ਨਹੀਂ ਜੇ ਖੱਟੀ, ਮੈਂ ਬੜਾ ਨੀਵਾਂ ਵਾਂ, ਮੈਂ ਬੜਾ ਨੀਚ ਹਾਂ ਆਪਣੇ ਕਰਮਾਂ ਕਰਕੇ। ਤੇ ਸੰਸਾਰੀਆਂ ਨੇ ਜਿਹੜੀ ਮੇਰੀ ਕਿਰਤ ਨੂੰ ਨਾਮ ਦਿੱਤਾ ਵਾ, ਇਹ ਕਿਹਾ ਵਾ ਵੀ ਇਹ ਜਿਹੜੀ ਕਿਰਤ ਕਰ ਰਿਹਾ ਇਹ ਵੀ ਬੜੀ ਨੀਵੀਂ ਕਿਰਤ ਹੈ। ਕਿਉਂਕਿ ਚੰਮ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ ਨੇ ਅਗਲੇਰੇ ਸ਼ਬਦ ਵਿੱਚ ਉਹਨਾਂ ਨੇ ਆਪਣੀ ਜਿਹੜੀ ਕਿਰਤ ਦਾ ਵੀ ਜ਼ਿਕਰ ਕਰਨਾ ਵਾ। ਭਗਤ ਜੀ ਕਹਿ ਰਹੇ ਨੇ ਮੇਰੀ ਕਿਰਤ ਜਿਹੜੀ ਹੈ ਇਹਨੂੰ ਸੰਸਾਰੀ ਕਹਿ ਰਹੇ ਨੇ ਬੜੀ ਨੀਵੀਂ ਕਿਰਤ ਹੈ, ਇਹ ਨੀਵੀਂ ਜਾਤ ਦਾ ਵਾ, ਇਹਦੀ ਬਹੁਤੀ ਸ਼ੋਭਾ ਨਹੀਂ ਹੈ। ਸੰਸਾਰ ਇਸ ਕਰਕੇ ਭਗਤ ਜੀ ਦੀ ਬਹੁਤੀ ਸ਼ੋਭਾ ਨਹੀਂ ਕਰ ਰਹੇ ਕਿਉਂਕਿ ਉੱਚ ਜਾਤੀਏ ਬ੍ਰਾਹਮਣ ਜਿਹੜੇ ਨੇ ਬੜੇ ਰਹਿ ਰਹੇ ਨੇ ਕਾਂਛੀ ਦੀ ਧਰਤੀ 'ਤੇ, ਉਸ ਬਨਾਰਸ ਦੀ ਧਰਤੀ 'ਤੇ ਬੜੇ ਰਹਿ ਰਹੇ ਨੇ ਜਿਨ੍ਹਾਂ ਡਟ ਕੇ ਬਾਬੇ ਦਾ ਵਿਰੋਧ ਕੀਤਾ ਵਾ। ਗੁਰੂ ਨਾਨਕ ਸਾਹਿਬ ਉਹਨਾਂ ਬ੍ਰਾਹਮਣਾਂ ਨੂੰ ਵੀ ਮਿਲੇ ਅਤੇ ਗੁਰੂ ਨਾਨਕ ਸਾਹਿਬ ਜਦੋਂ ਭਗਤ ਰਵਿਦਾਸ ਜੀ ਨੂੰ ਮਿਲੇ ਅਤੇ ਉਹਨਾਂ ਦੇ ਅੱਗੇ ਸਿਜਦਾ ਨਮਸਕਾਰ ਕਰਕੇ ਉਹਨਾਂ ਤੋਂ ਰੱਬੀ ਬਚਨ ਮੰਗੇ ਨੇ ਵੀ ਆ ਤੁਹਾਡੀ ਬਾਣੀ ਮੈਨੂੰ ਚਾਹੀਦੀ ਹੈ। ਸੰਸਾਰ ਦੀ ਨਿਗਾਹ ਦੇ ਵਿੱਚ ਭਾਵਾਂ ਭਗਤ ਰਵਿਦਾਸ ਜੀ ਨੀਵੀਂ ਜਾਤ ਦੇ ਅਤੇ ਕਿਰਤ ਕਰਕੇ ਬੜੇ ਨੀਵੇਂ ਨੇ, ਪਰ ਜਦੋਂ ਗੁਰੂ ਨਾਨਕ ਸਾਹਿਬ ਮਿਲਦੇ ਨੇ, ਮਿਲਾਪ ਹੁੰਦਾ ਵਾ, ਤਾਂ ਸਾਹਿਬ ਨੇ ਕਿਹਾ ਇਹ ਬਾਬਾ ਰਵਿਦਾਸ ਤੂੰ ਇਹਨਾਂ ਸਮੇਂ ਦੇ ਧਾਰਮਿਕ ਆਗੂਆਂ ਤੋਂ ਵੀ ਮੇਰੇ ਲਈ ਉੱਚਾ ਮਾਂ, ਸ੍ਰੇਸ਼ਟ ਹਾਂ, ਤੇਰੇ ਵਿਚਾਰ ਬੜੇ ਚੰਗੇ ਨੇ, ਤੇਰੇ ਨਾਲ ਗੱਲਬਾਤ ਜਿਹੜੀ ਕੀਤੀ, ਤੇਰੇ ਨਾਲ ਗੋਸ਼ਟੀ ਜਿਹੜੀ ਹੋਈ ਆ ਮੇਰੀ, ਉਹਦੇ ਵਿੱਚ ਬਾ ਕਮਾਲ ਚਰਚੇ ਅਤੇ ਬਾ ਕਮਾਲ ਵਿਸ਼ਿਆਂ 'ਤੇ ਮੈਂ ਤੇਰੇ ਨਾਲ ਗੱਲ ਕੀਤੀ, ਮੈਨੂੰ ਤੇਰੇ ਬਚਨ ਬੜੇ ਚੰਗੇ ਲੱਗੇ ਆ। ਅਤੇ ਇਹ ਉਹਨਾਂ ਲੋਕਾਂ ਨੂੰ ਨਹੀਂ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜੇ ਸਮੇਂ ਦੇ ਧਾਰਮਿਕ ਆਗੂ ਬਣ ਕੇ ਬੈਠੇ ਹੋਏ ਨੇ, ਪਰ ਭਗਤ ਜੀ ਨੂੰ ਕਹਿ ਰਹੇ ਨੇ ਕਾਰਨ ਉਹਨਾਂ ਦੇ ਬਚਨ ਸੱਚਮੁੱਚ ਰੱਬ ਦੇ ਘਰ ਨਾਲ ਔਰ ਉਸ ਪਰਮੇਸ਼ਰ ਦੇ ਘਰ ਦੀਆਂ ਗੱਲਾਂ ਕਰਨ ਵਾਲੀ ਸੀ। ਇਸ ਕਰਕੇ ਸਾਹਿਬ ਸਿਜਦਾ ਕਰਕੇ ਕਹਿ ਦਿੰਦੇ ਨੇ ਇਹ ਭਗਤ ਰਵਿਦਾਸ ਆ ਜਿਹੜੇ ਤੇਰੇ ਰੱਬੀ ਵਚਨ ਨੇ ਇਹ ਮੈਨੂੰ ਚਾਹੀਦੇ ਨੇ, ਇਹਨਾਂ ਦੇ ਨਾਲ ਸੰਸਾਰ ਦਾ ਭਲਾ ਹੋਵੇਗਾ, ਇਹਨਾਂ ਦੇ ਨਾਲ ਸੰਸਾਰ ਨੂੰ ਜ਼ਿੰਦਗੀ ਦਾ ਰਾਈਟ ਵੇ, ਸਹੀ ਰਾਹ ਜਿਹੜਾ ਹੈ ਸੰਸਾਰੀਆਂ ਨੂੰ ਪਤਾ ਲੱਗੇਗਾ। ਇਸ ਕਰਕੇ ਮੈਨੂੰ ਆ ਤੇਰੇ ਜਿਹੜੇ 40 ਸ਼ਬਦ ਨੇ ਮੈਨੂੰ ਇਹ ਚਾਹੀਦੇ ਨੇ। ਸੋ ਭਗਤ ਜੀ ਆਪਣੀ ਕਿਰਤ ਅਤੇ ਆਪਣੀ ਇੱਜ਼ਤ ਦੇ ਬਾਰੇ ਇਹ ਗੱਲ ਕਹਿੰਦੇ ਹੋਏ ਉਹਨਾਂ ਇਹ ਬਿਆਨ ਕੀਤਾ ਕਿ ਮੇਰੀ ਜਾਤ ਕਮੀਨੀ, ਪਾਂਤ ਕਮੀਨੀ, ਓਛਾ ਜਨਮ ਹਮਾਰਾ, ਮੇਰਾ ਜਨਮ ਵਿਅਰਥ ਹੈ, ਮੇਰੇ ਕਰਮ ਵਿਅਰਥ ਨੇ, ਮੇਰੀ ਜਾਤ ਨੀਵੀਂ ਹੈ। ਅਖੀਰ ਕਿਹਾ ਕਹਿ ਰਵਿਦਾਸ ਤੁਮ ਸ਼ਰਨਾਗਤ ਰਾਜਾ ਰਾਮਚੰਦ, ਐ ਪਰਮੇਸ਼ਰ ਐ ਰਮੇ ਹੋਏ ਰਾਮ ਜੀ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਮਾਂ। ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚਮਾਰਾ, ਐ ਰਾਮ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਵਾਂ, ਮੇਰੇ 'ਤੇ ਰਹਿਮਤ ਵਰਤਾ, ਮੈਂ ਤੇਰੀ ਕਿਰਪਾ ਦੇ ਨਾਲ ਚੰਗੇ ਕਰਮ, ਸ਼ੁਭ ਕਰਮਾਂ ਵਾਲਾ ਅਤੇ ਸ਼ੋਭਾ ਖੱਟ ਕੇ ਸੰਸਾਰ ਤੋਂ ਜਾਵਾਂ, ਮੇਰੇ 'ਤੇ ਐਸੀ ਰਹਿਮਤ ਕਰ। ਸੋ ਭਗਤ ਜੀ ਇਹਨਾਂ ਰੱਬੀ ਬਚਨਾਂ ਦੇ ਵਿੱਚ ਅਸਲ ਦੇ ਵਿੱਚ ਜੋ ਤੱਤ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਉਹ ਇਹ ਹੈ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਕਾਹਦੇ ਲਈ ਆਮੇਰ ਤੇਰ ਦੇ ਵਿਤਕਰਿਆਂ ਦੇ ਵਿੱਚ ਪਿਆ ਹੋਇਆਂ, ਧਰਮ ਮਜ਼ਹਬ ਕਰਕੇ ਸੰਸਾਰੀਆਂ ਦੇ ਨਾਲ ਲੜਦਾ ਪਿਆ ਸੱਜਣਾ। ਤੇਰੇ ਜੀਵਨ ਦੀ ਦੌੜ, ਤੇਰੇ ਜੀਵਨ ਦਾ ਪੰਧ, ਤੇਰੀ ਜ਼ਿੰਦਗੀ ਦਾ ਜਿਹੜਾ ਰਸਤਾ ਉਹ ਬਹੁਤਾ ਲੰਮੇਰਾ ਨਹੀਂ। ਪੰਛੀ ਦੇ ਵੱਲ ਇਸ਼ਾਰਾ ਕਰਦੇ ਹੋਏ ਕਹਿ ਰਹੇ ਨੇ, ਇੱਕ ਦਰਖਤ 'ਤੇ ਬੈਠਾ ਪੰਛੀ
ਉਹ ਉਡਾਰੀ ਬੜੀ ਛੇਤੀ ਮਾਰ ਜਾਂਦਾ ਵਾ। ਇਸੇ ਤਰ੍ਹਾਂ ਸੱਜਣਾ ਤੇਰੀ ਜ਼ਿੰਦਗੀ ਹੈ, ਸੰਸਾਰ ਇੱਕ ਦਰਖਤ ਦੀ ਨਿਆਈ ਹੈ, ਤੂੰ ਪੰਛੀ ਦੀ ਨਿਆਈ ਹੈ। ਬਹੁਤ ਜਲਦੀ ਇਸ ਸੰਸਾਰ ਤੋਂ ਤੂੰ ਉੱਡ ਪੁੱਡ ਜਾਏਗਾ। ਤੇਰੀ ਦੌੜ ਇੰਨੀ ਕੁ ਹੀ ਹੈ, ਇਸ ਕਰਕੇ ਹੰਕਾਰ ਨਾ ਕਰ। ਆਪਣੇ ਜੀਵਨ ਦੇ ਵਿੱਚ ਜਿਹੜਾ ਨਿਮਰਤਾ ਭਾਵ ਲੈ ਕੇ ਆ ਅਤੇ ਉਸ ਪਰਮੇਸ਼ਰ ਰਮੇ ਹੋਏ ਰਾਮ ਦੀ ਸ਼ਰਨ ਨੂੰ ਮਾਨ ਕੇ ਉਹਦੀ ਇਬਾਦਤ ਅਤੇ ਉਹਦੀ ਭਜਨ, ਉਹਦੀ ਬੰਦਗੀ ਦੇ ਨਾਲ ਜੁੜ। ਕਾਰਨ ਉਹਦਾ ਭਜਨ, ਉਹਦੀ ਬੰਦਗੀ, ਉਹਦੀ ਕੀਤੀ ਇਬਾਦਤ ਹੀ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਸਕਦੀ ਹੈ। ਇਸ ਕਰਕੇ ਸੱਜਣਾ ਉਸ ਦੀ ਇਬਾਦਤ ਨਾਲ ਜੁੜ, ਤਾਂ ਹੀ ਤੇਰਾ ਜੀਵਨ ਸੁਖੀ ਸੁਖੀਲਾ ਆਨੰਦਮਈ ਹੋ ਸਕਦਾ। ਤੇਰੇ ਲੋਕ ਸੁਖੀਏ ਪਰ ਲੋਕ ਸੁਖੀਲੇ, ਨਾਨਕ ਹਰ ਪ੍ਰਭ ਆਪੇ ਵੇਲੇ ਹੋ ਸਕਦੇ ਆ। ਗੁਰੂ ਕਿਰਪਾ ਕਰੇ। ਰੱਬੀ ਬਚਨ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਅਖੀਰ ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।